ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਯਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਇਹ ਲੈਸਨ 10ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 10ਵੀਂ ਕਲਾਸ ਦਾ ਗਣਿਤ ਦਾ 11ਵਾਂ ਅਧਿਆਇ ਹੈ ਰਚਨਾਵਾਂ ਕੰਸਟਰਕਸ਼ਨਸ। ਉਹਦੇ ਤੇ ਬੇਸਡ ਅੱਜ ਦੋ ਸਵਾਲ ਜਿਹੜੇ ਅਸੀਂ ਕਰਾਂਗੇ। ਚੱਕਰ ਨੂੰ ਸਪਰਸ਼ ਰੇਖਾਵਾਂ ਅਲੱਗ-ਅਲੱਗ ਸਥਿਤੀਆਂ ਦੇ ਵਿੱਚ ਆਪਾਂ ਕਿਵੇਂ ਖਿੱਚਣੀਆਂ ਨੇ। ਸੋ ਰਚਨਾਵਾਂ ਕਰਨ ਦੇ ਲਈ ਤੁਹਾਡੇ ਕੋਲ ਲੋੜੀਂਦਾ ਸਮਾਨ ਨੋਟਬੁੱਕ ਪੈਨ ਪੈਨਸਿਲ ज्योमेट्री का सारा समान होना बहुत ज्यादा जरूरी है ताकि हर एक चीज ਨੂੰ ਤੁਸੀਂ खुद भी करके ਨਾਲ देख सको। ठीक है स्टूडेंट्स, तो आओ शुरू करते हैं ਅੱਜ ਦਾ ਲੈਸਨ ਤੇ ਦੇਖਦੇ ਹਾਂ ਸਭ ਤੋਂ ਪਹਿਲਾ ਸਵਾਲ। ਸੋ ਅੱਜ ਦਾ ਪਹਿਲਾ ਸਵਾਲ ਹੈ, ਮੰਨ ਲਓ ABC ਇੱਕ ਸਮਕੋਣੀ ਤ੍ਰਿਭੁਜ ਹੈ ਜਿਸ ਵਿੱਚ AB ਬਰਾਬਰ 6 ਸੈਂਟੀਮੀਟਰ BC ਬਰਾਬਰ 8 ਸੈਂਟੀਮੀਟਰ ਅਤੇ ਕੋਣ B ਬਰਾਬਰ 90 ਡਿਗਰੀ ਹੈ। B ਤੋਂ AC ਤੇ BD ਲੰਬ ਹੈ। ਬਿੰਦੂਆਂ B C D ਤੋਂ ਹੋ ਕੇ ਜਾਣ ਵਾਲਾ ਇੱਕ ਚੱਕਰ ਖਿੱਚਿਆ ਗਿਆ ਹੈ। A ਤੋਂ ਇਸ ਚੱਕਰ ਉੱਤੇ ਸਪਰਸ਼ ਰੇਖਾ ਦੀ ਰਚਨਾ ਕਰੋ। ਠੀਕ ਹੈ, तो ਅਸੀਂ ਸਭ ਤੋਂ ਪਹਿਲਾਂ ਜਿਹੜੀ ਸਾਨੂੰ ਤ੍ਰਿਭੁਜ ਦਿੱਤੀ ਗਈ ਹੈ, ਜੋ ਸਥਿਤੀਆਂ ਦਿੱਤੀਆਂ ਹੋਈਆਂ ਨੇ ਉਹਦੇ ਅਨੁਸਾਰ ਅਸੀਂ ਜਿਹੜੀ ਕੰਸਟਰਕਸ਼ਨ ਕਰਾਂਗੇ, ਰਚਨਾ ਕਰਾਂਗੇ ਤੇ ਅਖੀਰ ਦੇ ਵਿੱਚ A ਬਿੰਦੂ ਤੋਂ ਜਿਹੜਾ ਵੀ ਚੱਕਰ ਸਾਡੇ ਕੋਲ ਬਣੇਗਾ ਉਹਦੇ ਉੱਤੇ ਅਸੀਂ ਸਪਰਸ਼ ਰੇਖਾਵਾਂ ਦੀ ਰਚਨਾ ਕਰਾਂਗੇ। ਠੀਕ ਹੈ, तो ਆਓ ਸਭ ਤੋਂ ਪਹਿਲਾਂ ਅਸੀਂ ਇੱਕ ਸਟੈਪ ਕਰਕੇ ਰਚਨਾ ਕੰਸਟਰਕਸ਼ਨ ਜਿਹੜੀ ਉਹ ਦੇਖਦੇ ਹਾਂ ਕਿਵੇਂ ਅਸੀਂ ਕਰਨੀ ਹੈ। ਉਸ ਤੋਂ ਬਾਅਦ ਫਿਰ ਉਹ ਸਾਰੇ ਸਟੈਪ ਜਿਹੜੇ ਅਸੀਂ ਰਚਨਾ ਦੇ ਪੱਗ ਹੈ ਉਹ ਇੱਕ ਇੱਕ ਕਰਕੇ ਲਿਖਾਂਗੇ। ਠੀਕ ਹੈ, तो ਆਓ ਦੇਖਦੇ ਹਾਂ। ਸੋ ਇਸ ਰਚਨਾ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ABC ਤ੍ਰਿਭੁਜ ਦੀ ਰਚਨਾ ਕਰਾਂਗੇ, ਜਿਹਦੇ ਲਈ ਜਿਹੜਾ BC ਰੇਖਾਖੰਡ ਹੈ, BC ਭੁਜਾ ਹੈ, ਉਹ ਅਸੀਂ 8 ਸੈਂਟੀਮੀਟਰ ਸਭ ਤੋਂ ਪਹਿਲਾਂ ਲਗਾਵਾਂਗੇ। ਸੋ ਸਕੇਲ ਦੀ ਮਦਦ ਦੇ ਨਾਲ 8 ਸੈਂਟੀਮੀਟਰ ਦਾ ਇੱਕ ਰੇਖਾਖੰਡ ਅਸੀਂ ਖਿੱਚਾਂਗੇ BC। ਸਮਕੋਣੀ ਤ੍ਰਿਭੁਜ ਹੈ ਇਸ ਲਈ B ਦੇ ਉੱਤੇ ਅਸੀਂ 90 ਡਿਗਰੀ ਦਾ ਕੋਣ ਬਣਾਉਂਦੀ ਹੋਈ ਇੱਕ ਕਿਰਨ BX ਖਿੱਚਾਂਗੇ। ਸੋ B ਨੂੰ ਅਸੀਂ ਇਸ ਪੁਆਇੰਟ ਆਫ ਇੰਟਰਸੈਕਸ਼ਨ ਕਾਟ ਬਿੰਦੂ ਦੇ ਨਾਲ ਜੁਆਇਨ ਕਰਾਂਗੇ। ਸੋ ਇਹਦੇ ਨਾਲ ਸਾਡੇ ਕੋਲ ਇੱਕ ਕਿਰਨ ਜਿਹੜੀ ਬਣ ਜਾਂਦੀ ਹੈ BX, ਜਿਹੜੀ ਕਿ BC ਨੂੰ ਸਮਕੋਣ ਹੈ। ਹੁਣ BAAB ਭੁਜਾ ਤ੍ਰਿਭੁਜ ਦੀ ਸਾਨੂੰ 6 ਸੈਂਟੀਮੀਟਰ ਦਿੱਤੀ ਗਈ ਹੈ, तो B ਨੂੰ ਕੇਂਦਰ ਮੰਨ ਕੇ ਅਸੀਂ ਇੱਥੇ 6 ਸੈਂਟੀਮੀਟਰ ਤੇ ਇੱਕ ਜਿਹੜਾ ਕੱਟ ਉਹ ਲਗਾਵਾਂਗੇ। तो ਪ੍ਰਕਾਰ ਨੂੰ ਅਸੀਂ ਸਕੇਲ ਦੀ ਮਦਦ ਦੇ ਨਾਲ 6 ਸੈਂਟੀਮੀਟਰ ਖੋਲ ਲਵਾਂਗੇ। ਇਹ ਬਿੰਦੂ ਸਾਡੇ ਕੋਲ A ਬਿੰਦੂ ਬਣ ਜਾਂਦਾ ਹੈ ਔਰ ਇਸ AB ਦੀ ਜਿਹੜੀ ਲੰਬਾਈ ਹੈ ਉਹ ਸਾਡੇ ਕੋਲ 6 ਸੈਂਟੀਮੀਟਰ ਹੈ। ਇਸ ਤੋਂ ਬਾਅਦ ਅਸੀਂ AC ਨੂੰ ਮਿਲਾ ਦੇਵਾਂਗੇ। ਹੁਣ ਬਿੰਦੂ B ਤੋਂ ਸਾਹਮਣੇ ਵਾਲੀ ਭੁਜਾ AC ਦੇ ਉੱਤੇ ਲੰਬ BD ਜਿਹੜਾ ਸਾਨੂੰ ਦਿੱਤਾ ਗਿਆ ਹੈ, ਤਾਂ B ਤੋਂ ਅਸੀਂ ਸਿਖਰ ਲੰਬ ਜਿਹੜਾ ਖਿੱਚਾਂਗੇ। ਇਹ BD ਜਿਹੜਾ ਹੈ ਉਹ AC ਦੇ ਉੱਤੇ ਸਿਖਰ ਲੰਬ ਹੈ। ਇਸ ਤੋਂ ਬਾਅਦ ਬਿੰਦੂ B, D ਅਤੇ C, BCD ਤਿੰਨੋਂ ਬਿੰਦੂਆਂ ਦੇ ਵਿੱਚੋਂ ਲੰਘਦਾ ਹੋਇਆ ਇੱਕ ਚੱਕਰ ਜਿਹੜਾ ਉਹ ਅਸੀਂ ਬਣਾਵਾਂਗੇ। ਕਿਉਂਕਿ ਇਹ ਸਾਡੇ ਕੋਲ ਇੱਥੇ 90 ਡਿਗਰੀ ਦਾ ਕੋਣ ਹੈ, तो जेकर B, D ਅਤੇ C ਇਹ ਤਿੰਨੇ ਬਿੰਦੂਆਂ ਤੋਂ ਇੱਕ ਵਿੱਚੋਂ ਲੰਘਦਾ ਹੋਇਆ ਇੱਕ ਚੱਕਰ ਬਣਾਉਣਾ ਹੈ ਤਾਂ ਉਸ ਚੱਕਰ ਦਾ ਜਿਹੜਾ ਕੇਂਦਰ ਹੈ ਉਹ ਸਾਡੇ ਕੋਲ BC ਭੁਜਾ ਦੇ ਉੱਤੇ ਹੋਣਾ ਚਾਹੀਦਾ। BC ਦਾ ਮੱਧ ਬਿੰਦੂ ਹੋਣਾ ਚਾਹੀਦਾ ਕਿਉਂਕਿ ਅਰਧ ਚੱਕਰ ਵਿੱਚ ਬਣਿਆ ਕੋਣ ਹੀ ਸਾਡੇ ਕੋਲ 90 ਡਿਗਰੀ ਦਾ ਹੁੰਦਾ ਹੈ।
तो जेकर ਇਹ ਇਸ ਤ੍ਰਿਭੁਜ ਦੇ ਤਿੰਨੋਂ ਸਿਖਰਾਂ ਦੇ ਵਿੱਚੋਂ ਲੰਘਦਾ ਹੋਇਆ ਅਸੀਂ ਚੱਕਰ ਵੀ ਬਣਾਉਣਾ ਹੈ ਤੇ ਇਹ ਸਾਡੇ ਕੋਲ ਕੋਣ 90 ਡਿਗਰੀ ਦਾ ਵੀ ਹੈ। ਇਹਦਾ ਮਤਲਬ BC ਜਿਹੜਾ ਹੈ ਉਸ ਚੱਕਰ ਦਾ ਵਿਆਸ ਹੋਏਗਾ ਤੇ BC ਦਾ ਜਿਹੜਾ ਮੱਧ ਬਿੰਦੂ ਹੋਏਗਾ ਉਹ ਸਾਡੇ ਕੋਲ ਉਸ ਚੱਕਰ ਦਾ ਕੇਂਦਰ ਹੋਏਗਾ। तो ਅਸੀਂ BC ਦਾ ਅੱਧ ਕਰਾਂਗੇ। ਅੱਧ ਕਰਨ ਦੇ ਲਈ ਅੱਧ ਤੋਂ ਥੋੜਾ ਜਿਹਾ ਵੱਧ ਜਿਹੜਾ ਪ੍ਰਕਾਰ ਨੂੰ ਖੋਲ ਕੇ ਦੋਨੋਂ ਪਾਸੇ ਜਿਹੜੀਆਂ ਚਾਪਾਂ ਨੇ ਉਹ ਲਗਾ ਦੇਣੀਆਂ ਨੇ। ਦੋਨੋਂ ਪਾਸੇ ਅਸੀਂ ਚਾਪਾਂ ਜਿਹੜੀਆਂ ਪਹਿਲਾਂ ਲਗਾਈਆਂ ਗਈਆਂ ਨੇ ਉਹਨਾਂ ਨੂੰ ਕੱਟਦੀਆਂ ਹੋਈਆਂ ਹੋਰ ਦੋ ਚਾਪਾਂ ਜਿਹੜੀਆਂ ਉਹ ਖਿੱਚ ਦਿਆਂਗੇ। तो ये दोनों काट बिंदुओं की मदद के नाल असी BC का मध्य बिंदु जोड़ा वो प्राप्त कर सकते हैं। सो ये साडे कोल BC का मध्य बिंदु हो जाएगा। इनू असी O मन लैने O नू केंद्र मन के B दे विचों लंघदा होया जदों असी चक्कर खिंचांगे वो चक्कर D अते C बिंदुओं दे विचों भी लंघेगा। सो इस तरह ये साडे कोल लोड़ींदा चक्कर बन जाता है। हुण इस चक्कर नूं बिंदु A तो असी स्पर्श रेखावां खिंचणियां ने। उहदे विच तुसीं देख सकदे हो एक जिहड़ा साडे कोल रेखाखंड AB है इस त्रिभुज ABC दी जिहड़ी भुजा AB है ये पहला ही इस चक्कर नूं स्पर्श रेखा है। दूजी स्पर्श रेखा जिहड़ी असी वो दूसरे पासे खिंचांगे। तो उहदे लई असी सब तो पहलां AO नूं मिलावांगे, A नूं O दे नाल मिलावांगे ते उस तो बाद AO दा मध्य बिंदु पता करांगे। तो फिर जिमें असी स्पर्श रेखावां पहलां खिंचते हैं उस ढंग दे नाल खिंचांगे। सो AO नूं मिलाओ। तो हुण AO दा असी अध करांगे। AO दा मध्य बिंदु पता करन दे लई ਉਹਦੇ ਲਈ दोनों पासे असी अध तो थोड़ी वध प्रकार खोल के दोनों पासे चापां लगावांगे। इसे ढंग दे नाल दूजे पासों भी बिंदु A नूं केंद्र मन के भी तो ये दोनों काट बिंदुओं नूं जदों असी ज्वाइन करांगे तो साडे कोल AO दा मध्य बिंदु जिहड़ा है वो प्राप्त हो जाएगा। तो इस तरह ये साडे कोल AO दा मध्य बिंदु जिहड़ा मिल जाता है। इहदा नाम असी बिंदु M रख लैने। तो हुण M नूं केंद्र मन के O ते A दे विचों लंघदा होया एक चक्कर असी खिंचांगे। सो ये चक्कर पहला वाले चक्कर नूं जिस बिंदु ते कटदा है इस बिंदु का नाम असी E रख लैने। तो हुण असी AE नूं मिला देंगे। वो साडे कोल इस रचना की दूजी लोड़ींदी स्पर्श रेखा बन जाएगी। सो इस तरह AB अते AE ये दोनों साडे कोल लोड़ींदियां स्पर्श रेखावां हन। सो विद्यार्थियों मैनूं उम्मीद है कि रचना नूं तुसीं बहुत ध्यान दे नाल देखिया होवेगा। हुण असीं रचना दे पग एक एक करके लिखांगे। सो इहदे विच सब तो पहला असीं रचना जिहड़ी कीती सी ओह सी BC रेखाखंड 8 सेंटीमीटर लंबा जिहड़ा खिंचिया सी। सो साडे कोल रचना दे पग दे विच पहला स्टैप जिहड़ा आएगा 8 सेंटीमीटर लंबा एक रेखाखंड
BC खींचो। तो किरण BX खींचो जो कि BC नाल समकोण बनावे। ठीक है, तो BC BX ਅਸੀਂ किरण ਦੀ रचना की ਜਿਹੜਾ ਕਿ ਜੋ ਕਿ BC ਦੇ ਨਾਲ 90 डिग्री ਦਾ ਕੋਣ ਬਣਾ ਰਹੀ ਹੈ। ਇਸ ਤੋਂ ਬਾਅਦ BX ਦੇ ਵਿੱਚੋਂ BA ਅਸੀਂ ਰੇਖਾਖੰਡ 6 ਸੈਂਟੀਮੀਟਰ ਜਿਹੜਾ ਉਹ ਕੱਟਿਆ। ਅਗਲਾ ਸਟੈਪ ਸਾਡੇ ਕੋਲ ਹੋਏਗਾ किरण BX ਵਿੱਚੋਂ 6 सेंटीमीटर लंबा रेखाखंड BA कटो। ठीक है, तो ये साडे कोल AB भुजा हो जाती है त्रिभुज की। उस तो बाद A ते C नूं असीं मिला दिता, साडे कोल त्रिभुज जिहड़ी ओह कंप्लीट हो जाती है। AC नूं मिलाओ। ठीक है, तो ਇਹਦੇ ਨਾਲ ਸਾਡੇ ਕੋਲ ਮੁੱਢਲੀ त्रिभुज ਜਿਹੜੀ ਬਣ ਜਾਂਦੀ ਹੈ, ਜਿਹਦੇ ਬਾਰੇ ਸਾਨੂੰ ਕਿਹਾ ਗਿਆ ਸੀ ਕਿ ABC ਸਮਕੋਣੀ त्रिभुज ਹੈ, ਜਿਹਦੇ ਵਿੱਚ AB ਬਰਾਬਰ 6 ਸੈਂਟੀਮੀਟਰ, BC ਬਰਾਬਰ 8 ਸੈਂਟੀਮੀਟਰ ਤੇ B ਕੋਣ ਜਿਹੜਾ ਉਹ 90 ਡਿਗਰੀ ਦਾ ਹੈ। ਸੋ ਇਸ ਤੋਂ ਬਾਅਦ ਅਗਲਾ ਸਾਡੇ ਕੋਲ ਹੈ ਕਿ ਬਿੰਦੂ B ਤੋਂ ਅਸੀਂ ਸਾਹਮਣੇ ਕਰਨ ਦੇ ਉੱਤੇ AC ਦੇ ਉੱਤੇ ਇੱਕ ਲੰਬ ਜਿਹੜਾ BD ਉਹ ਖਿੱਚਣਾ ਹੈ। ਅਗਲਾ ਸਟੈਪ B ਤੋਂ AC ਉੱਤੇ लंब BD खिंचो। इस तो बाद बिंदु B, D ਅਤੇ C ਦੇ ਵਿੱਚੋਂ ਲੰਘਣ ਵਾਲਾ ਚੱਕਰ ਅਸੀਂ ਬਣਾਉਣਾ ਸੀਗਾ। तो ਅਸੀਂ ਦੇਖਿਆ ਕਿਉਂਕਿ ਇਹ ਸਾਡੇ ਕੋਲ 90 ਡਿਗਰੀ ਦਾ ਕੋਣ ਸੀ, ਅਰਧ ਚੱਕਰ ਦੇ ਵਿੱਚ ਬਣਿਆ ਕੋਣ ਜਿਹੜਾ ਸਾਡੇ ਕੋਲ ਸਮਕੋਣ ਹੁੰਦਾ ਹੈ। तो BC ਨੂੰ ਅਸੀਂ ਵਿਆਸ ਮੰਨ ਕੇ ਚੱਕਰ ਇੱਕ ਖਿੱਚਣਾ ਸੀ, ਉਹਦੇ ਲਈ ਅਸੀਂ BC ਦਾ ਪਹਿਲਾਂ ਅੱਧ ਕੀਤਾ। ਅੱਧ ਕਰਕੇ ਜੋ ਸਾਨੂੰ ਬਿੰਦੂ ਮਿਲਿਆ ਉਹਨੂੰ ਕੇਂਦਰ ਮੰਨ ਕੇ ਫਿਰ ਅਸੀਂ ਇੱਕ ਚੱਕਰ ਖਿੱਚਿਆ ਜਿਹੜਾ ਕਿ B, D ਅਤੇ C ਤਿੰਨਾਂ ਦੇ ਵਿੱਚੋਂ ਹੀ ਲੰਘਦਾ ਹੈ। ठीक है, तो अगला स्टेप साडे कोल होएगा BC ਦਾ ਅੱਧ ਕਰੋ ਅਤੇ ਇਸ ਦੇ ਮੱਧ ਬਿੰਦੂ ਨੂੰ ਉਹ ਅੰਕਿਤ ਕਰੋ। O ਨੂੰ ਕੇਂਦਰ ਮੰਨ ਕੇ O ਨੂੰ ਕੇਂਦਰ ਅਤੇ BC ਨੂੰ ਵਿਆਸ ਮੰਨ ਕੇ ਇੱਕ ਚੱਕਰ ਖਿੱਚੋ ਜੋ ਬਿੰਦੂ B, C ਅਤੇ D ਵਿੱਚੋਂ ਲੰਘੇਗਾ। AO ਨੂੰ ਮਿਲਾਓ AO ਦਾ ਅੱਧ ਕਰੋ ਅਤੇ ਮੱਧ ਬਿੰਦੂ ਨੂੰ AO ਦੇ ਮੱਧ ਬਿੰਦੂ ਨੂੰ M ਅੰਕਿਤ ਕਰੋ। M अंकित करो। ठीक है, ਤੇ M ਨੂੰ ਕੇਂਦਰ ਮੰਨ ਕੇ A ਅਤੇ O ਦੇ ਵਿੱਚੋਂ ਲੰਘਦਾ ਹੋਇਆ ਇੱਕ ਚੱਕਰ ਖਿੱਚੋ। M ਨੂੰ ਕੇਂਦਰ ਮੰਨ ਕੇ A ਅਤੇ O ਵਿੱਚੋਂ ਲੰਘਦਾ ਹੋਇਆ ਚੱਕਰ ਖਿੱਚੋ। ਇਹ ਚੱਕਰ
पहले चक्कर ਨੂੰ बिंदु B ਅਤੇ E ਤੇ ਕੱਟੇਗਾ। ठीक है, तो ए ई नू मिलाओ, ए ई नू मिलाओ। ठीक है बच्चों, तो ए बी ते ए ई ये साडे कोल लोड़ींदियां स्पर्श रेखावां हन। ए ई अते ए बी लोड़ींदियां स्पर्श रेखावां हन। तो इस तो बाद अगला सवाल देखते हैं। सो अज दी दूजी रचना जिहड़ी है, किसी वंग की सहायता नाल एक चक्कर खिंचो, चक्कर दे बाहर एक बिंदु लो, इस बिंदु तो चक्कर उत्ते स्पर्श रेखावां दी रचना करो। ठीक है, असीं चक्कर एक बनाउणा है पर उहनूं प्रकार दे नाल नहीं बनाउणा है, किसी भी वंग या कड़े की मदद दे नाल असीं चक्कर जिहड़ा बनावांगे, फिर बाहरों एक बिंदु तो उस चक्कर नूं स्पर्श रेखावां दी रचना करांगे। ठीक है, तो आओ सब तो पहला असीं जिहड़ी रचना देखदे हैं कि किस ढंग दे नाल असीं करनी है, उस तो बाद एक एक स्टैप जिहड़ा रचना दा है, रचना दे पग है, वो असीं सारे लिखांगे। ठीक है, इस रचना दे लई सब तो पहला वंग की सहायता दे नाल, एक कड़े की सहायता दे नाल असीं चक्कर एक खिंचांगे। सो इस चक्कर दे बाहर असी एक बिंदु लवांगे पी, ते उस बिंदु तो इस चक्कर नूं असी स्पर्श रेखावां खिंचणियां हन। ठीक है, तो इत्थे असी बिंदु एक पी जिहड़ा वो लै लैंदे आ। स्पर्श रेखावां खिंचण दे लई सानूं चक्कर दा केंद्र जिहड़ा पहलां पता होना बहुत जरूरी है, पर इस चक्कर दा सानूं केंद्र नहीं पता, क्योंकि असी ये चक्कर नूं वंग की मदद दे नाल जां एक कड़े की मदद दे नाल बनाया है। तो सब तो पहला असी इस चक्कर का जिहड़ा केंद्र है वो लभांगे, तो फिर उस केंद्र की वरतों करके असी पी बिंदु तो स्पर्श रेखावां इस चक्कर नूं खिंचांगे। ठीक है, तो केंद्र पता करन दे लई असी इस चक्कर दीयां दो जिहड़ियां वतरां ने, जीवावां ने, वो बनावांगे। एक जीवा असी इस बिंदु ते खिंच लैने आ, एक जीवा ए असी खिंच लैने आ, दूसरी जीवा जिहड़ी है वो इधर बना लैने आ। इन्हां दा नाम ए बी सी अते डी रख लैने आ। सो ये दोनों ही वतरां दे जदों असी लंब समदुभाजक खिंचांगे तो वो चक्कर दे अंदर जिस बिंदु ते आपस दे विच कटणगे, वो बिंदु साडे कोल इस चक्कर दा केंद्र बनेगा। सो असी ए बी दा पहला लंब समदुभाजक खिंचांगे। तो ये दोनों काट बिंदुओं को जो असी ज्वाइन करांगे, मिलावांगे, तो साडे कोल ए बी दा लंब समदुभाजक बन जाएगा। इसी ढंग दे नाल सी डी दा लंब समदुभाजक खिंचांगे। सो ये दोनों काट बिंदुओं को मिलाउण ते साडे कोल सी डी दा लंब समदुभाजक जिहड़ा वो प्राप्त हो जाएगा।
ਇਹ ਦੋਨੋਂ ਲੰਬ-ਸਮ ਦੁਭਾਜਕ ਚੱਕਰ ਦੇ ਵਿੱਚ ਜਿਸ ਬਿੰਦੂ ਤੇ ਕੱਟ ਰਹੇ ਨੇ ਉਹ ਸਾਡੇ ਕੋਲ ਬਿੰਦੂ, ਇਹਨੂੰ ਅਸੀਂ O ਮੰਨ ਲੈਂਦੇ ਹਾਂ। ਸਾਡੇ ਕੋਲ ਇਸ ਚੱਕਰ ਦਾ ਕੇਂਦਰ ਬਣ ਜਾਏਗਾ। ਠੀਕ ਹੈ, तो ਹੁਣ ਅਸੀਂ ਇਸ ਕੇਂਦਰ O ਨੂੰ ਜਿਹੜਾ ਬਾਹਰ ਅਸੀਂ ਬਿੰਦੂ P ਲਿਆ ਹੈ, P ਦੇ ਨਾਲ ਅਸੀਂ ਮਿਲਾਵਾਂਗੇ ਤੇ P ਤੋਂ ਜਿਹੜੀਆਂ ਇਸ ਚੱਕਰ ਨੂੰ ਸਪਰਸ਼ ਰੇਖਾਵਾਂ ਖਿੱਚਾਂਗੇ। तो ਹੁਣ PO ਨੂੰ ਮਿਲਾਓ। ਹੁਣ ਅਸੀਂ PO ਦਾ ਮੱਧ ਬਿੰਦੂ ਜਿਹੜਾ ਪ੍ਰਾਪਤ ਕਰਾਂਗੇ। ਹੁਣ ਅਸੀਂ PO ਦਾ ਮੱਧ ਬਿੰਦੂ ਪਤਾ ਕਰਾਂਗੇ, PO ਦਾ ਅੱਧ ਕਰਾਂਗੇ। ਅੱਧ ਤੋਂ ਥੋੜੀ ਜਿਹੀ ਜ਼ਿਆਦਾ ਪ੍ਰਕਾਰ ਨੂੰ ਖੋਲ ਕੇ ਦੋਨੋਂ ਪਾਸੇ ਅਸੀਂ ਚਾਪਾਂ ਲਗਾਵਾਂਗੇ। ਇਸੇ ਢੰਗ ਦੇ ਨਾਲ P ਤੋਂ तो ये दोनों काट बिंदुओं की मदद के नाल सानू PO का जिहड़ा मध्य बिंदु है वो प्राप्त हो जाएगा। ये रेखाखंड पूरा लगाने की जरूरत नहीं होंदी, असी सिर्फ ये देखना होंदा कि रेखा जिहड़ी है वो OP नूं या PO नूं किस बिंदु ते कटेगी। वो जिहड़ा बिंदु है वो साडे कोल PO का मध्य बिंदु हो जाएगा। इहनूं असी बिंदु M मान लैंदे हां। ਹੁਣ M ਨੂੰ ਕੇਂਦਰ ਮੰਨ ਕੇ P ਅਤੇ O ਦੇ ਵਿੱਚੋਂ ਲੰਘਦਾ ਹੋਇਆ ਇੱਕ ਚੱਕਰ ਜਿਹੜਾ ਅਸੀਂ ਖਿੱਚਾਂਗੇ। तो ਇਹ ਚੱਕਰ ਵੰਗ ਨਾਲ ਬਣਾਏ ਚੱਕਰ ਨੂੰ ਜਿਨ੍ਹਾਂ ਬਿੰਦੂਆਂ ਤੇ ਕੱਟਦਾ ਹੈ ਉਹ ਬਿੰਦੂਆਂ ਦੇ ਨਾਮ ਅਸੀਂ K ਅਤੇ L ਰੱਖ ਦਿੰਦੇ ਹਾਂ। K ਬਿੰਦੂ L। ਹੁਣ ਅਸੀਂ P ਨੂੰ K ਦੇ ਨਾਲ ਅਤੇ P ਨੂੰ L ਦੇ ਨਾਲ ਮਿਲਾ ਦਿਆਂਗੇ। सो इस तरह वंग दे नाल बनाए गए चक्कर नूं असी बाहरी बिंदु P तो दो स्पर्श रेखावां जिहड़ियां ਉਹ खिंच लईआं ने। सो पहला स्टैप साडे कोल की सी कि असी एक वंग दी या कड़े दी सहायता दे नाल एक चक्कर जिहड़ा बनाया। ठीक है, तो वंग दी सहायता दे नाल एक चक्कर खिंचो। वंग दी सहायता दे नाल एक चक्कर खिंचो। इस क्वेश्चन दे विच बाकियां दे नालों की फर्क है? बाकी जिहड़े क्वेश्चन असीं जदों करदे हां चक्कर असीं बनाउने हां प्रकार दी मदद दे नाल। ठीक है, जदों असीं प्रकार दी मदद दे नाल चक्कर बनाउने हां ते साडे कोल चक्कर दा केंद्र जिहड़ा वो सानूं पता हुंदा है। तो उस केंद्र दी मदद दे नाल फिर अगे असीं चक्कर दीयां स्पर्श रेखावां नूं खिंचण तक जिहड़ा रस्ता है वो बनाउने हां। ठीक है, तो जदों असीं वंग दे नाल चक्कर खिंचिया तो उहदे विच सानूं सब तो वड्डी जिहड़ी दिक्कत वो की आएगी कि साडे कोल इस चक्कर दा केंद्र जिहड़ा वो सानूं नहीं पता होएगा। ठीक है, तो पहला असीं की करांगे इस चक्कर दा केंद्र पता करांगे। चक्कर दा केंद्र पता करन दे लई तुसीं देखिया कि असीं दो कॉर्ड्स जिहड़ियां बनाईयां, दो जीवावां, दो वतरां जिहड़ियां इत्थे पहलां खिंचियां, फिर वो वतरां दे लंब सम दुभाजक खिंचे। वो लंब सम दुभाजक चक्कर नूं चक्कर दे अंदर जिस बिंदु ते आपस च कटदे सी वो चक्कर वो बिंदु ही साडे कोल उस चक्कर दा केंद्र हुंदा है। ठीक है, तो पहला स्टेप साडे कोल ये हो गया कि वंग दी सहायता दे नाल एक चक्कर खिंचो। इस तो बाद इस चक्कर नूं दो वतरां AB ਅਤੇ CD खिंचो। AB ਅਤੇ CD दो वतरां खिंचो। दो वतरां खिंचो। ठीक है, विच असीं की कीता, इन्हां दोनों वतरां दे लंब समदुभाजक खिंचे जिहड़े कि चक्कर दे अंदर जिस बिंदु ते कटदे हन, उह बिंदु दा नाम असीं हो रखिया ते यही बिंदु साडे कोल इस चक्कर दा केंद्र होवेगा। ठीक है,
ਇਹਨਾਂ ਦੋਨੋਂ ਵਤਰਾਂ ਦੇ ਲੰਬ ਸਮਦੁਭਾਜਕ ਖਿੱਚੋ। ਲੰਬ ਸਮਦੁਭਾਜਕ ਖਿੱਚੋ ਜੋ ਕਿ ਚੱਕਰ ਦੇ ਅੰਦਰ ਬਿੰਦੂ O ਉੱਤੇ ਕੱਟਣ। ਬਿੰਦੂ O ਉੱਤੇ ਕੱਟਣ, ਠੀਕ ਹੈ। ਬਿੰਦੂ O ਹੀ ਚੱਕਰ ਦਾ ਕੇਂਦਰ ਹੈ। ਬਿੰਦੂ O ਹੀ ਚੱਕਰ ਦਾ ਕੇਂਦਰ ਹੈ। ਸੋ ਹੁਣ ਅਸੀਂ ਬਾਹਰ ਇੱਕ ਬਿੰਦੂ P ਲਵਾਂਗੇ, ਉਸ ਬਿੰਦੂ ਨੂੰ O ਦੇ ਨਾਲ ਜਿਹੜਾ ਮਿਲਾਵਾਂਗੇ, ਫਿਰ ਉਸ ਰੇਖਾਖੰਡ ਦਾ ਜਿਹੜਾ ਅੱਧ ਕਰਾਂਗੇ ਤੇ ਅੱਗੇ ਸਪਰਸ਼ ਰੇਖਾਵਾਂ ਖਿੱਚਣ ਦਾ ਰਸਤਾ ਜਿਹੜਾ ਉਹ ਬਣਦਾ ਜਾਏਗਾ, ਠੀਕ ਹੈ। ਅਗਲਾ ਸਾਡੇ ਕੋਲ ਚੌਥਾ ਰਚਨਾ ਦਾ ਪਗ ਹੈ। ਚੱਕਰ ਦੇ ਬਾਹਰ ਇੱਕ ਬਿੰਦੂ P ਲਓ, P ਨੂੰ O ਨਾਲ ਮਿਲਾਓ। P ਨੂੰ O ਨਾਲ ਮਿਲਾਓ। ਹਾਂਜੀ, ਪੰਜਵਾਂ ਸਟੈਪ ਸਾਡੇ ਕੋਲ ਕੀ ਹੋਏਗਾ? PO ਦਾ ਅੱਧ ਕਰੋ ਅਤੇ ਇਸ ਦੇ ਮੱਧ ਬਿੰਦੂ ਨੂੰ M ਅੰਕਿਤ ਕਰੋ। ਬਿੰਦੂ M ਨੂੰ ਕੇਂਦਰ ਮੰਨ ਕੇ ਬਿੰਦੂ M ਨੂੰ ਕੇਂਦਰ ਮੰਨ ਕੇ P ਅਤੇ O ਵਿੱਚੋਂ ਲੰਘਦਾ ਹੋਇਆ ਇੱਕ ਚੱਕਰ ਖਿੱਚੋ। ਲੰਘਦਾ ਹੋਇਆ ਇੱਕ ਚੱਕਰ ਖਿੱਚੋ ਜੋ ਕਿ ਪਹਿਲੇ ਚੱਕਰ ਨੂੰ ਬਿੰਦੂਆਂ ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਚੱਕਰ ਪਹਿਲੇ ਚੱਕਰ ਨੂੰ ਜਿਨ੍ਹਾਂ ਬਿੰਦੂਆਂ ਤੇ ਕੱਟਦਾ ਹੈ ਉਹਨਾਂ ਦਾ ਨਾਮ ਅਸੀਂ K ਅਤੇ L ਰੱਖ ਦਿਆਂਗੇ, ਅੰਕਿਤ ਕਰ ਦਿਆਂਗੇ। ਤਾਂ P ਨੂੰ K ਨਾਲ ਤੇ P ਨੂੰ L ਦੇ ਨਾਲ ਜੁਆਇਨ ਕਰੋ, ਠੀਕ ਹੈ, ਮਿਲਾ ਦਿਓ। ਤਾਂ PK ਤੇ PL P ਨੂੰ K ਅਤੇ L ਨਾਲ ਮਿਲਾਓ। ਸੋ ਬੱਚਿਓ, PK ਅਤੇ PL ਲੋੜੀਂਦੀਆਂ ਸਪਰਸ਼ ਰੇਖਾਵਾਂ ਹਨ। ਲੋੜੀਂਦੀਆਂ ਸਪਰਸ਼ ਰੇਖਾਵਾਂ ਹਨ, ਠੀਕ ਹੈ ਸਟੂਡੈਂਟਸ। तो इस ढंग दे नाल असी कोई भी चक्कर साडे कोल होवे, ਉਹਦਾ ਕੇਂਦਰ ਸਾਨੂੰ ਨਾ ਵੀ ਪਤਾ ਹੋਵੇ ਤਾਂ ਅਸੀਂ ਬਾਹਰੀ ਬਿੰਦੂ ਤੋਂ ਉਸ ਚੱਕਰ ਨੂੰ ਸਪਰਸ਼ ਰੇਖਾਵਾਂ ਇਸ ਢੰਗ ਦੇ ਨਾਲ ਖਿੱਚ ਸਕਦੇ ਹਾਂ। ਸੋ ਮੈਨੂੰ ਉਮੀਦ ਹੈ ਕਿ ਅੱਜ ਦੇ ਲੈਸਨ ਨੂੰ ਵੀ ਤੁਸੀਂ ਬਹੁਤ ਧਿਆਨ ਦੇ ਨਾਲ ਦੇਖਿਆ ਹੋਵੇਗਾ, ਹਰ ਇੱਕ ਸਟੈਪ ਨੂੰ ਨਾਲ ਕਰਨ ਦੀ ਕੋਸ਼ਿਸ਼ ਵੀ ਕੀਤੀ ਹੋਵੇਗੀ ਤੇ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਵੀ ਮਿਲਿਆ ਹੋਵੇਗਾ। ਸੋ ਵਿਦਿਆਰਥੀਓ, ਅੱਜ ਦੇ ਲਈ ਇੰਨਾ ਹੀ। ਇਸ ਤੋਂ ਬਾਅਦ ਫਿਰ ਅਗਲੇ ਲੈਸਨਸ ਦੇ ਵਿੱਚ ਫਿਰ ਕਿਸੇ ਨਵੇਂ ਕਨਸੈਪਟ ਦੇ ਨਾਲ, ਨਵੇਂ ਟੌਪਿਕ ਦੇ ਨਾਲ ਫਿਰ ਮਿਲਾਂਗੇ। ਉਦੋਂ ਤੱਕ ਸਤਿ ਸ਼੍ਰੀ ਅਕਾਲ।